ਨਮਸਕਾਰ ਦੋਸਤੋ, ਜੈ ਭੀਮ, ਜੈ ਭਾਰਤ। ਮੈਂ ਆਪ ਸਭ ਦਾ ਦੋਸਤ ਅਤੇ ਹੋਸਟ ਡਾਕਟਰ ਕਰਮਵੀਰ ਦਈਆ ਆਪ ਸਭ ਦਾ ਸਵਾਗਤ ਕਰਦਾ ਹਾਂ ਸਾਡੇ YouTube ਚੈਨਲ ਬੇਗਮਪੁਰਾ ਟੀਮ ਨੈਟਵਰਕ ਤੇ। ਔਰ ਜਿਸ ਤਰੀਕੇ ਦੇ ਨਾਲ ਆਪ ਸਭ ਨੂੰ ਦੱਸਿਆ ਗਿਆ ਸੀ ਕਿ ਇੱਕ ਨਵਾਂ ਪ੍ਰੋਗਰਾਮ ਆਪਾਂ ਲੈ ਕੇ ਹਾਜ਼ਰ ਹੋਵਾਂਗੇ, ਇੱਕ ਖਾਸ ਮੁਲਾਕਾਤ ਇੱਕ ਖਾਸ ਸ਼ਖਸੀਅਤ ਦੇ ਨਾਲ। ਤੇ ਸਾਥੀਓ, ਮੈਂ ਤੁਹਾਨੂੰ ਅੱਜ ਇੱਕ ਖਾਸ ਸ਼ਖਸੀਅਤ ਦੇ ਨਾਲ ਅਸੀਂ ਮਿਲਵਾਉਣ ਜਾ ਰਹੇ ਹਾਂ ਔਰ ਉਹ ਖਾਸ ਸ਼ਖਸੀਅਤ ਨੇ ਪੰਮੀ ਲਾਲੋ ਮਜਾਰਾ ਜੀ। ਤੁਸੀਂ 2012-13 ਦੇ ਵਿੱਚ ਇੱਕ ਗੀਤ ਸੁਣਿਆ ਹੋਣਾ ਕਿ ਹਮਰ ਗੱਡੀ ਵਿੱਚ ਆਉਂਦਾ ਨਹੀਂ ਪੁੱਤ ਚਮਾਰਾਂ ਦਾ, ਹੁਣ ਨਹੀਂ ਅੱਖ ਮਿਲਾਉਂਦਾ ਨਹੀਂ ਪੁੱਤ ਚਮਾਰਾਂ ਦਾ। ਇੱਦਾਂ ਦਾ ਇੱਕ ਗੀਤ ਸੁਣਿਆ ਹੋਣਾ ਜਿਹਨੇ ਇੱਕ ਰੈਵੋਲੂਸ਼ਨ ਪੈਦਾ ਕੀਤਾ ਸੀ। ਔਰ ਅਗਰ ਮੈਂ ਚਮਾਰ ਭਾਈਚਾਰੇ ਦੀ ਗੱਲ ਕਰਾਂ ਤਾਂ ਬੜਾ ਪੋਪੂਲਰ ਹੋਇਆ ਸੀ ਉਹ ਗੀਤ। ਉਸ ਗੀਤ ਨੂੰ ਲਿਖਣ ਵਾਲੇ ਸਾਡੇ ਬ੍ਰਦਰ ਪੰਮੀ ਲਾਲੋ ਮਜਾਰਾ ਜੀ, ਜੋ ਅੱਜ ਸਾਡੇ ਨਾਲ ਹਾਜ਼ਰ ਨੇ ਔਰ ਉਹਨਾਂ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ। ਪੰਮੀ ਭਾਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬੇਗਮਪੁਰਾ ਚੈਨਲ ਵੱਲੋਂ ਮੈਨੂੰ ਵੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਸ਼ੁਭਕਾਮਨਾਵਾਂ ਅਤੇ ਜੈ ਭੀਮ, ਜੈ ਭਾਰਤ। ਪੰਮੀ ਭਾਜੀ, ਕਾਫੀ ਲੰਬੇ ਅਰਸੇ ਤੋਂ ਅਸੀਂ ਨਾਮ ਸੁਣਦੇ ਆ ਰਹੇ ਸੀ ਪੰਮੀ ਲਾਲੋ ਮਜਾਰਾ, ਪਰ ਮਿਲਣ ਦਾ ਸੁਭਾਗ ਸਾਨੂੰ ਅੱਜ ਪ੍ਰਾਪਤ ਹੋਇਆ। ਪੰਮੀ ਭਾਜੀ, ਤੁਹਾਡੇ ਬਾਰੇ ਕੁਛ ਇੱਕ ਚੰਦ ਇੱਕ ਮੈਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਇਸ ਵਿਸ਼ੇ ਦੇ ਉੱਪਰ। ਪੰਮੀ ਭਾਜੀ, ਤੁਹਾਡਾ ਪਿੰਡ ਲਾਲੋ ਮਜਾਰਾ ਔਰ ਤੁਸੀਂ ਪੜ੍ਹੇ ਕਿੱਥੋਂ ਤੱਕ? ਮੈਂ ਲਗਭਗ ਮੇਰੀ ਪਿੰਡ ਦੀ ਜਿਹੜੀ 5ਵੀਂ ਤੱਕ ਪੜ੍ਹਾਈ ਆ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਅਤੇ ਉਸ ਤੋਂ ਬਾਅਦ ਅਸੀਂ ਮੈਟ੍ਰਿਕ 1988 ਵਿੱਚ ਸਰਕਾਰੀ ਹਾਈ ਸਕੂਲ ਝਿੰਗੜਾ ਤੋਂ। ਉਸ ਤੋਂ ਬਾਅਦ ਜਿਹੜੀ ਉੱਚ ਦਰਜੇ ਦੀ ਵਿੱਦਿਆ ਉਹ SN ਕਾਲਜ ਬੰਗਾ ਤੋਂ ਕੀਤੀ ਹੈ। ਅਤੇ ਮੇਰਾ ਪਿੰਡ ਨਿੱਕਾ ਜਿਹਾ ਇੱਕ ਛੋਟਾ ਜਿਹਾ ਜ਼ਿਲ੍ਹਾ ਨਵਾਂਸ਼ਹਿਰ, ਜਿਹੜਾ ਅੱਜ ਕੱਲ੍ਹ ਜਿਹਨੂੰ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ਹੈ, ਅਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਆ ਲਾਲੋ ਮਜਾਰਾ। ਪਰ ਇਹ ਹੈਰਾਨੀ ਹੋਊਗੀ ਵੀ ਉਹ ਪਿੰਡ ਪੰਜਾਬ ਦੇ ਨਕਸ਼ੇ 'ਤੇ ਵੀ ਤੁਹਾਨੂੰ ਨਜ਼ਰ ਨਹੀਂ ਆਊਗਾ ਕਿਤੇ, ਪਰ ਭਾਰਤ ਦੇ ਨਕਸ਼ੇ 'ਤੇ ਜ਼ਰੂਰ ਆਊਗਾ, ਕਿਉਂਕਿ ਆਪਾਂ ਇੰਨੀ ਐਕਟੀਵਿਟੀ ਦਿੱਤੀ ਹੈ ਜਾਂ ਆਪਾਂ ਸਮਾਜ ਲਈ ਕੁਛ ਇਹਨਾਂ ਕੀਤਾ। ਇੱਕ ਪਿੰਡ ਹੈ ਜੋ ਲੋਕਾਂ ਦੇ ਨਜ਼ਰ ਦੇ ਵਿੱਚ ਨਹੀਂ ਆਉਂਦਾ, ਪਰ ਉੱਥੋਂ ਕੁਛ ਐਕਟੀਵਿਟੀਆਂ ਇਹੋ ਜਿਹੀਆਂ ਨਿਕਲਦੀਆਂ ਨੇ ਕਿ ਉਹ ਸਾਰੀ ਦੁਨੀਆ ਦੇ ਵਿੱਚ ਉਸ ਪਿੰਡ ਦੇ ਨਾਮ ਨੂੰ ਚਮਕਾ ਦਿੰਦੀਆਂ ਨੇ। ਅਤੇ ਮੈਂ ਸਮਝਦਾ ਭਾਜੀ ਕਿ ਤੁਸੀਂ ਪਿੰਡ ਦੇ ਵਿੱਚ ਕਾਫੀ ਲੰਬੇ ਅਰਸੇ ਤੋਂ ਰਹਿ ਰਹੇ ਹੋ ਔਰ ਜਿੱਥੇ ਤੱਕ ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਪਿੰਡ ਦੇ ਸਰਪੰਚ ਵੀ ਰਹੇ ਹੋ। ਕਿਹੜੇ ਸੰਨ ਦੇ ਵਿੱਚ ਭਾਜੀ ਸਰਪੰਚੀ ਕੀਤੀ ਤੁਸੀਂ? ਮੈਂ 2003 ਤੋਂ 8 ਤੱਕ ਪਿੰਡ ਦਾ ਸਰਪੰਚ ਰਿਹਾ ਔਰ ਉਸ ਵੇਲੇ ਮੈਂ ਅਨਮੈਰਿਡ ਸੀ, ਮੈਰਿਜ ਤੋਂ ਬਾਅਦ ਵਿੱਚ ਕਰਵਾਈ ਹੈ। ਅਤੇ ਉਸ ਤੋਂ ਬਾਅਦ ਤਕਰੀਬਨ ਬੇਸ਼ੱਕ ਅਸੀਂ ਮਿਸ਼ਨ ਦੇ ਨਾਲ 24 ਆਵਰ ਐਕਟੀਵਿਟੀ ਦਿੰਦੇ ਹਾਂ, ਪਰ ਕਿਤੇ ਨਾ ਕਿਤੇ ਜਿਹੜੇ ਪਿੰਡ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਹ ਹਮੇਸ਼ਾ ਅਸੀਂ ਜੁੜੇ ਰਹਿੰਦੇ, ਕਿਉਂਕਿ ਲੋਕ ਸਾਡੇ ਨਾਲ ਜੁੜੇ ਹੋਏ ਆ। ਅਤੇ ਉਸ ਤੋਂ ਬਾਅਦ ਮੈਂ 1 ਸਾਲ ਪਹਿਲਾਂ ਪਿੰਡ ਦਾ ਹੈੱਡਮੈਨ, ਜਿਹਨੂੰ ਨੰਬਰਦਾਰ ਕਹਿੰਦੇ ਆ ਜੀ, ਉਹ ਵੀ ਬਣਿਆ। ਔਰ ਭਾਜੀ, ਅਗਰ ਮੈਂ ਮਿਸ਼ਨ ਮੂਵਮੈਂਟ ਦੀ ਆਪਾਂ ਅਗਰ ਗੱਲ ਕਰੀਏ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਅਸੀਂ ਐਂਟਰ ਹੁੰਦੇ ਹਾਂ ਖਾਸ ਕਰਕੇ ਦੁਆਬੇ ਦੇ ਵਿੱਚ, ਤਾਂ ਬਹੁਜਨ ਮਿਸ਼ਨ ਮੂਵਮੈਂਟ ਦੀ ਗੱਲ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਹੁੰਦੀ ਹੈ। ਤਾਂ ਮੈਂ ਇੱਕ ਜਾਣਨ ਦੀ ਮੇਰੀ ਬੜੀ ਇੱਛਾ ਹੈ ਕਿ ਮਿਸ਼ਨ ਮੂਵਮੈਂਟ ਤੁਹਾਨੂੰ ਵਿਰਾਸਤ ਦੇ ਵਿੱਚ ਮਿਲਿਆ ਜਾਂ ਫਿਰ ਤੁਹਾਡੀ ਮਿਸ਼ਨ ਮੂਵਮੈਂਟ ਦੀ ਸ਼ੁਰੂਆਤ ਕਦੋਂ ਹੁੰਦੀ ਹੈ? ਜਿਹੜੀ ਸਾਡੀ ਆਪਣੀ ਜਦੋਂ ਤੋਂ ਇਹ ਸੁਰਤ ਸੰਭਾਲੀ ਹੈ, ਤਕਰੀਬਨ ਮੈਂ 9-10 ਸਾਲ ਦਾ ਸੀ ਜਦੋਂ ਅਸੀਂ 6 ਅਪ੍ਰੈਲ 1982 ਨੂੰ ਸਾਡੇ ਇੱਕ ਸਭ ਤੋਂ ਪਹਿਲਾਂ ਜਿਹੜੀ ਕਾਨਫਰੰਸ ਸ਼ਾਇਦ ਹੋਈ ਸੀ, ਉਹ ਪਿੰਡ ਮੂਸਾਪੁਰ ਇੱਕ ਅਜਿਹਾ ਪਿੰਡ ਹੈ ਜਿੱਥੇ ਦਾ ਬੱਚਾ ਸਾਹਿਬ ਦੇ ਨਾਲ ਜੁੜਿਆ ਹੋਇਆ ਸੀ, ਅਤੇ ਖਾਸ ਕਰਕੇ ਉਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਜੁੜੇ ਹੋਏ ਸੀ। ਅਤੇ ਆਸ-ਪਾਸ ਦੇ ਜਿਹੜੇ ਪਿੰਡ ਸੀ, ਲੋਦੀਪੁਰ, ਭੰਗਲਾਂ ਅਤੇ ਇਹ ਕਰਨਾਣਾ, ਇਹ ਉਹ ਇਲਾਕਾ ਸੀ ਜਿਹੜੇ ਸਾਹਿਬ ਦੇ ਨਾਲ ਸਾਹਿਬ ਨੂੰ ਸਭ ਤੋਂ ਪਹਿਲਾਂ ਦਿੱਲੀਓਂ ਪੰਜਾਬ ਵਿੱਚ ਜਿਨ੍ਹਾਂ ਨੇ ਲਿਆ ਕੇ ਪੰਜਾਬ ਵਿੱਚ ਬਹੁਜਨ ਸਮਾਜ ਦੀਆਂ ਜੜ੍ਹਾਂ ਲਾਉਣ ਦੀ ਕੋਸ਼ਿਸ਼ ਕੀਤੀ। ਇਹ ਸਾਡਾ ਬੰਗਾ ਨਵਾਂਸ਼ਹਿਰ, ਜਿਹਨੂੰ ਆਪਾਂ ਦੁਆਬੇ ਦੀ ਅਸਲੀ ਓਰੀਜਨਲ ਬੈਲਟ ਕਹਿ ਸਕਦੇ ਹਾਂ, ਇਹ ਉਹ ਬੈਲਟ ਆ ਜਿੱਥੇ ਮਤਲਬ ਸਾਹਿਬ ਦੇ ਮਤਲਬ ਪੰਜਾਬ 'ਚ ਬਾਮ ਸੇਫ ਦੇ ਥਰੂ ਜਾਂ ਬਾਮ ਸੇਫ ਨੇ ਆਪਣੇ ਥਰੂ ਮਤਲਬ ਸਾਹਿਬ ਨੂੰ ਇੰਟਰੋਡਿਊਸ ਕਰਾਇਆ। ਕਿਉਂਕਿ ਪੰਜਾਬ 'ਚ ਜਦੋਂ 13 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਸਾਹਿਬ 1976-77 ਵਿੱਚ ਦਿੱਲੀ, ਮਹਾਰਾਸ਼ਟਰ ਤੋਂ ਦੁਖੀ ਹੋ ਕੇ ਦਿੱਲੀ ਆ ਗਿਆ ਸੀ, ਅਤੇ ਉਸ ਤੋਂ ਬਾਅਦ ਕੁਛ ਫੰਡਿੰਗ ਦੀ ਵੀ ਦੂਜੀ ਸੀ ਵੀ ਫੰਡ ਆਉਣਾ ਬੰਦ ਹੋ ਗਿਆ ਸੀ ਮਹਾਰਾਸ਼ਟਰ ਤੋਂ, ਅਤੇ ਕੁਛ ਇੰਨੀ ਭੁੱਖਮਰੀ ਦੇ ਹਾਲਾਤ ਦੇਖਣੇ ਪਏ ਸਾਹਿਬ ਨੂੰ, 3-3 4-4 ਦਿਨ ਉਹਨਾਂ ਨੂੰ ਭੁੱਖੇ ਪਿਆਸੇ ਰਹਿਣਾ ਪਿਆ। ਪਰ ਉਸ ਤੋਂ ਬਾਅਦ ਜਦੋਂ ਉਹਨੇ ਪੰਜਾਬ ਦੀ ਧਰਤੀ 'ਤੇ ਕਦਮ ਰੱਖਿਆ ਤਾਂ ਫਿਰ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਉਹਦੀ ਆਰਥਿਕ ਹਾਲਤ ਸਰੀਰਕ ਪੱਖੋਂ ਵੀ ਸੁਧਰੀ ਸੀ, ਤਾਂ ਕਿਤੇ ਨਾ ਕਿਤੇ ਉਹ ਮਤਲਬ ਅਤੇ ਕਿਤੇ ਨਾ ਕਿਤੇ ਉਹਦੇ ਨਾਲ ਬਾਮ ਸੇਫ ਨੂੰ ਵੀ ਇੱਕ ਸਪੋਰਟ ਮਿਲੀ ਸੀ। ਅਤੇ ਉਸ ਤੋਂ ਬਾਅਦ ਉਹੀ ਸਪੋਰਟ ਜਿਹੜੀ ਸਾਹਿਬ ਨੂੰ ਮੂਵਮੈਂਟ ਚਲਾਉਣ ਵਿੱਚ ਮਦਦ ਮਿਲੀ। ਬਿਲਕੁਲ ਭਾਜੀ, ਮੈਂ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਦੇ ਬਾਰੇ ਜਦੋਂ ਤੁਸੀਂ ਗੱਲ ਕਰ ਰਹੇ ਹੋ, ਔਰ ਮੈਂ ਤੁਹਾਡੇ ਗੱਲਾਂ ਤੋਂ ਇਹ ਅੰਦਾਜ਼ਾ ਬਖੂਬੀ ਲਾ ਰਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਨੂੰ ਤੁਸੀਂ ਬਹੁਤ ਜ਼ਿਆਦਾ ਜਾਣਦੇ ਹੋ, ਕਿ ਜੋ
ਅਗਰ ਮੈਂ ਗੱਲ ਕਰਾਂ ਕਿ ਬਹੁਜਨ ਮਿਸ਼ਨਰੀ ਲੋਕ ਉਸ ਗੱਲ ਨੂੰ ਜਾਂ ਸਾਹਿਬ ਕਾਂਸ਼ੀ ਰਾਮ ਦੇ ਉਸ ਚਿਹਰੇ ਨੂੰ ਨਹੀਂ ਜਾਣਦੇ ਹੋਣਗੇ। ਔਰ ਮੇਰੇ ਹੱਥ ਦੇ ਵਿੱਚ ਇਹ ਕਿਤਾਬ ਹੈ, ਮੈਂ ਕਾਂਸ਼ੀ ਰਾਮ ਬੋਲਦਾ। ਇਹ ਪੰਮੀ ਭਾਜੀ ਨੇ ਲਿਖੀ ਹੈ ਬੁੱਕ। 2019 ਦੇ ਵਿੱਚ ਇਹ ਛਪ ਚੁੱਕੀ ਸੀ। ਇਹ ਪੰਜਾਬੀ ਦਾ ਪਹਿਲਾ ਆਡੀਸ਼ਨ ਹੈ। ਔਰ ਉਸ ਤੋਂ ਬਾਅਦ ਮੈਂ ਕਾਂਸ਼ੀ ਰਾਮ ਬੋਲਦਾ ਦਾ ਦੂਸਰਾ ਆਡੀਸ਼ਨ, ਇਹ ਵੀ ਪੰਮੀ ਭਾਜੀ ਦੁਆਰਾ ਲਿਖਿਆ ਹੋਇਆ ਹੈ। ਇਹ 2020 ਦੇ 2020 15 ਮਾਰਚ 2020 ਨੂੰ ਇਹ ਲਾਂਚ ਹੋਇਆ। ਇਹ ਦੋਨੋਂ ਆਡੀਸ਼ਨ ਹੈ ਔਰ ਇਹਨਾਂ ਆਡੀਸ਼ਨਾਂ ਦੇ ਵਿੱਚ ਸਾਹਿਬ ਕਾਂਸ਼ੀ ਰਾਮ ਦੀ ਹੀ ਗੱਲਬਾਤ ਹੈ। ਸਾਹਿਬ ਕਾਂਸ਼ੀ ਰਾਮ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਖੁਦ ਬੋਲ ਰਹੇ ਆ ਔਰ ਕਹਿ ਰਹੇ ਆ ਕਿ ਮੈਂ ਇਹ ਕਹਿਣਾ ਚਾਹੁੰਦਾ। ਅਤੇ ਮੈਂ ਭਾਜੀ ਤੁਹਾਡੇ ਤੋਂ ਇਹ ਸਵਾਲ ਮੈਂ ਪੁੱਛਦਾ ਚਾਹੁੰਦਾ ਕਿ ਸਾਹਿਬ ਕਾਂਸ਼ੀ ਰਾਮ ਨੂੰ ਇੰਨੇ ਨੇੜਿਓਂ ਜਦੋਂ ਤੁਸੀਂ ਦੇਖਦੇ ਹੋ ਤਾਂ ਸਾਹਿਬ ਕਾਂਸ਼ੀ ਰਾਮ ਨੂੰ ਕਿਸ ਤਰੀਕੇ ਦਾ ਲੀਡਰ ਮੰਨਦੇ ਹੋ? ਦੇਖੋ, ਸਾਹਿਬ ਦੀ ਜਿੰਨੀ ਕੁ ਰਿਸਰਚ ਮੈਂ ਕੀਤੀ ਹੈ ਪਿਛਲੇ 5-6 ਸਾਲ ਤੋਂ, ਅਤੇ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਵਿੱਚ, ਕਿਉਂਕਿ ਵਿਦਵਾਨ ਬਹੁਤ ਹੋਣਗੇ ਪਰ ਜਿਹੜੇ ਵਿਦਵਾਨ ਆ ਉਹ ਨਾ ਤਾਂ ਮੂਵਮੈਂਟ ਚਲਾ ਸਕਦੇ ਆ ਕਿਉਂਕਿ ਉਹ ਪੜ੍ਹੇ ਲਿਖੇ ਲੋਕਾਂ ਦੇ ਵਿਦਵਾਨ ਹੁੰਦੇ ਆ, ਪਰ ਸਾਹਿਬ ਜਿਹੜੇ ਸੀ ਅਨਪੜ੍ਹ ਲੋਕਾਂ ਦਾ ਫਿਲੋਸਫਰ ਸੀ ਜੀ। ਅਤੇ ਇਸੇ ਕਰਕੇ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦੀ ਇੱਕ ਜਿਹੜੀ ਕਹੀ ਹੋਈ ਗੱਲ, ਜਿਹੜੀ ਸਾਹਿਬ ਦੀ ਕਹੀ ਹੋਈ ਗੱਲ ਆ, ਉਹ ਜਿਹੜੀ ਇੱਕ ਸੇਰੀਪੁਣਾ ਕਰਦੀ ਆ ਪੰਜਾਬ ਵਿੱਚ ਜੱਟਾਂ ਦੇ ਘਰ 'ਚ ਸਿਮਰੋ, ਉਹ ਵੀ ਉਹਦੀ ਮੂਵਮੈਂਟ ਨੂੰ ਸਮਝਦੀ ਆ, ਉਹਦੀ ਗੱਲ ਨੂੰ ਕਟਾਸ ਦੇਣੀ ਡਾਇਰੈਕਟ ਉਸ ਗੱਲ ਨੂੰ ਸਮਝਦੀ ਆ। ਅਤੇ ਜੇ ਕੈਨੇਡਾ ਦੀ ਜਿਮੀ ਸ਼ੇਰਗਿੱਲ ਆ ਮੈਂਬਰ ਪਾਰਲੀਮੈਂਟ, ਤਾਂ ਉਹ ਵੀ ਉਹ ਸਾਹਿਬ ਦੀ ਗੱਲ ਨੂੰ ਫੋਲੋ ਕਰਦੀ ਆ। ਅਤੇ ਬਾਕੀ ਤੁਸੀਂ ਪੁੱਛਿਆ ਵੀ ਸਾਹਿਬ ਕਿੱਡੇ ਕੁ ਵੱਡੇ ਲੀਡਰ, ਉਹ ਇੱਕ ਐਡੇ ਵੱਡੇ ਸਮਾਜ ਸੁਧਾਰਕ ਸਨ। ਮੈਂ ਕਹਿੰਦਾ ਵੀ ਦੁਨੀਆ ਵਿੱਚ ਉਹਨੇ ਪੰਜਾਬ ਦੀ, ਭਾਰਤ ਦੀ ਧਰਤੀ 'ਤੇ ਉਹਨਾਂ ਨੇ ਆਪਣੇ ਜਿੰਦੇ ਜੀ RSS ਨੂੰ ਫੇਲ ਕੀਤਾ ਜੀ, ਕਿਉਂਕਿ ਉਹਨਾਂ ਚਿਰ ਤੱਕ ਜਿੰਨਾ ਚਿਰ ਸਾਹਿਬ ਜਿਉਂਦੇ ਰਹੇ RSS ਨੇ ਕਦੇ ਵੀ ਆਪਣੇ ਇਹਦਾ ਸਿਰ ਨਹੀਂ ਚੁੱਕਿਆ ਜੀ। ਅਤੇ ਹਾਲਾਂਕਿ RSS ਬਾਰੇ ਜਿੰਨੀਆਂ ਸਟੇਟਮੈਂਟਾਂ ਸਾਹਿਬ ਨੇ ਦਿੱਤੀਆਂ ਵੀ ਮੈਂ ਇਹਨਾਂ ਨੂੰ ਲੋਕਾਂ ਨੂੰ ਨੰਗੇ ਕਰ ਦੂੰਗਾ ਜਾਂ ਮੈਂ ਇਹਨਾਂ ਦੀ ਚੱਡੀ ਲਾ ਦੂੰਗਾ, ਉਹ ਔਨ ਦਾ ਰਿਕਾਰਡ ਆ, ਉਹ ਸਾਰਾ ਕੁਛ YouTube 'ਤੇ ਤੁਸੀਂ ਸੁਣ ਸਕਦੇ ਆ। ਪਰ ਉਹਦੇ ਵਿੱਚ ਕਦੇ ਵੀ RSS ਨੇ ਉਹਨਾਂ ਨੂੰ ਕੰਡਮ ਨਹੀਂ ਕੀਤਾ ਇਹਨਾਂ ਗੱਲਾਂ ਨੂੰ ਜੀ। ਅਤੇ ਜੇ ਕਹੋ ਵੀ ਤੁਸੀਂ ਉਹਨਾਂ ਵਰਗਾ, ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ 10,000 ਸਾਲ ਤੱਕ ਕਾਂਸ਼ੀ ਰਾਮ ਪੈਦਾ ਹੋਊਗਾ, ਕਿਉਂਕਿ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਜਿੰਦਾ ਕੀਤਾ, ਮਹਾਰਾਸ਼ਟਰ ਤੋਂ ਬਾਹਰ ਕੱਢ ਕੇ ਬਾਬਾ ਸਾਹਿਬ ਨੂੰ ਲਿਆਂਦਾ, ਪੂਰੀ ਦੁਨੀਆ ਵਿੱਚ ਫੈਲਾਇਆ। ਜੇ ਅੱਜ ਪੂਰੀ ਦੁਨੀਆ ਵਿੱਚ ਅੰਬੇਡਕਰ ਕ੍ਰਾਈਸਿਸ ਹੈ, ਅੰਬੇਡਕਰ ਵਿਚਾਰਧਾਰਾ ਫੈਲੀ ਹੋਈ ਹੈ, ਜਾਂ ਉਹਨਾਂ ਦੇ ਜਗ੍ਹਾ ਜਗ੍ਹਾ ਸਟੈਚੂ ਲੱਗ ਰਹੇ ਜਾਂ UN ਤੱਕ, ਤਾਂ ਇਹ ਮਾਨਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਬਦੌਲਤ ਆ। ਅਤੇ ਉਹਨਾਂ ਨੇ ਮਹਾਰਾਸ਼ਟਰ ਤੋਂ ਬਾਹਰ ਕੱਢ ਕੇ, ਹਾਲਾਂਕਿ ਮਹਾਰਾਸ਼ਟਰ ਵਿੱਚ 13 ਸਾਲ ਸਾਹਿਬ ਰਹੇ, ਪਰ ਉਹਨਾਂ ਦੇ ਲੋਕਾਂ ਦੀ ਬਦਕਿਸਮਤੀ ਸੀ ਵੀ ਉਹ ਲੋਕਾਂ ਨੇ ਐਪਰੀਸ਼ੀਏਟ ਨਹੀਂ ਕੀਤਾ ਅਤੇ ਉੱਥੇ ਉਹ ਸਰਕਾਰ ਨਹੀਂ ਬਣਾਈ। ਪਰ ਉਸ ਤੋਂ ਬਾਅਦ ਸਾਹਿਬ ਦਿੱਲੀ ਆ ਗਏ, ਦਿੱਲੀ ਤੋਂ ਬਾਅਦ ਛੱਤੀਸਗੜ੍ਹ ਚਲੇ ਗਏ। ਛੱਤੀਸਗੜ੍ਹ ਵਿੱਚ ਵੀ ਥੋੜ੍ਹੇ ਚਿਰ ਉਹਨੇ ਕੰਮ ਕੀਤਾ, ਪਰ ਜਦੋਂ ਲੱਗਿਆ ਵੀ ਇੱਥੇ ਵੀ ਗੱਲ ਨਹੀਂ ਬਣਨ ਵਾਲੀ, ਫਿਰ ਉਹਨੇ ਉੱਤਰ ਪ੍ਰਦੇਸ਼ ਨੂੰ ਆਪਣਾ ਪੋਲੀਟੀਕਲ ਰਿਸਰਚ ਦੇ ਤੌਰ 'ਤੇ ਇੱਕ ਲੈਬ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਪਰ ਜਦੋਂ ਉੱਥੋਂ 85 ਦੇ ਰਿਜ਼ਲਟ ਇੰਨੇ ਵਧੀਆ ਆਏ ਅਤੇ ਉਹਨਾਂ ਨੂੰ ਲੱਗਾ ਵੀ ਇਹ ਉਪਜਾਊ ਮੇਰੀ ਜ਼ਮੀਨ ਆ, ਉਹ ਨਾ ਛੱਤੀਸਗੜ੍ਹ ਆ ਅਤੇ ਨਾ ਕੋਈ ਹੋਰ, ਮਤਲਬ ਇਹ ਉੱਤਰ ਪ੍ਰਦੇਸ਼ ਦੀ ਜਿਹੜੀ ਉਹ ਮਤਲਬ ਬਹੁਤ ਵਧੀਆ ਜ਼ਮੀਨ ਆ, ਉਪਜਾਊ ਜ਼ਮੀਨ ਆ। ਉੱਥੇ ਉਹਨੇ ਇੱਕ ਰਾਜਨੀਤਿਕ ਤੌਰ 'ਤੇ ਬੂਟਾ ਲਾਇਆ ਜਿਹੜਾ ਬਹੁਤ ਜਲਦ 10 ਸਾਲਾਂ ਵਿੱਚ ਹੀ ਉੱਥੇ ਇੱਕ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਿਆ। ਅਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਬਾਰੇ ਤਾਂ ਤੁਸੀਂ ਅਸੀਂ ਜੇ ਹਜ਼ਾਰਾਂ ਸਾਲ ਤੱਕ ਵੀ ਸਾਹਿਬ ਬਾਰੇ ਗੱਲ ਕਰੀ ਜਾਈਏ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਵਿਚਾਰਧਾਰੇ ਬਾਰੇ ਆਪਾਂ ਕੋਈ ਇੰਨਾ ਉਹਨੂੰ ਦੁਆ ਕਰ ਸਕਦੇ ਹਾਂ। ਮਤਲਬ ਉਹਨਾਂ ਬਾਰੇ ਆਪਾਂ ਖਤਮ ਹੀ ਨਹੀਂ ਹੋ ਸਕਦੇ, ਉਹਨਾਂ ਦੀਆਂ ਗੱਲਾਂ ਕਰਦੇ, ਉਹਨਾਂ ਦੀ ਵਿਚਾਰਧਾਰਾ ਬਾਰੇ ਗੱਲ ਕਰਦੇ। ਉਹਨੇ ਇੱਕ ਗੱਲ 'ਤੇ, ਇੱਕ ਇਸ਼ੂ 'ਤੇ ਤੁਸੀਂ ਕਿਤਾਬਾਂ ਲਿਖ ਸਕਦੇ ਆ ਜੀ। ਕਿਉਂਕਿ ਹਾਲਾਂਕਿ ਇਹ ਸਾਡੇ ਜਿਹੜੇ ਸਮਾਜ ਦੇ ਬੇਈਮਾਨ ਫਿਲੋਸਫਰ ਜਿਹੜੇ ਪੰਜਾਬ ਵਿੱਚ ਵੀ ਮੈਂ ਕਹਿ ਸਕਦਾ, ਉਹ ਜਿਨ੍ਹਾਂ ਤੋਂ ਸਾਨੂੰ ਇਹ ਉਮੀਦ ਸੀ ਵੀ ਉਹਨਾਂ ਨੂੰ ਸਾਹਿਬ 'ਤੇ ਕੰਮ ਕਰਨਾ ਚਾਹੀਦਾ ਸੀ, ਉਹ ਸਾਹਿਬ ਦੇ ਨਾਲ ਰਹੇ, ਪਰ ਉਹਨੇ ਇੱਕ ਲਾਈਨ ਨਹੀਂ ਆਪਣੀ ਜ਼ਿੰਦਗੀ ਦੀ ਸਾਹਿਬ 'ਤੇ ਲਿਖੀ। ਪਰ ਇਸ ਕਰਕੇ ਉਹ ਬੇਈਮਾਨ ਹੈ, ਉਹ ਆਪਣੇ ਆਪ ਨੂੰ ਹੋਰ ਵੀ ਬਹੁਤ ਕੁਛ ਸਿਖਾਉਂਦੇ ਆ, ਪਰ ਮੈਂ ਉਹਨਾਂ ਨੂੰ ਬੇਈਮਾਨ ਕਹੂੰਗਾ ਕਿਉਂਕਿ ਉਹਨੇ ਸਾਹਿਬ 'ਤੇ ਇੱਕ ਲਾਈਨ ਨਹੀਂ ਲਿਖੀ, ਇਸ ਕਰਕੇ ਉਹ ਬੇਈਮਾਨ ਹੈ। ਕਿਉਂਕਿ ਜਿਹੜਾ ਸਾਹਿਬ 'ਤੇ ਗੱਲ ਕਰੂਗਾ, ਇਸ ਕਰਕੇ ਮੈਨੂੰ ਲੱਗਦਾ ਵੀ ਇਹ ਘਾਟੇ ਦਾ ਸੌਦਾ ਆ। ਅਤੇ ਕਿਉਂਕਿ ਇਹਨੂੰ ਕੋਈ ਪ੍ਰਮੋਟ ਨਹੀਂ ਕਰੂਗਾ ਇਸ ਕਿਤਾਬ ਨੂੰ। ਮਨਵਰ ਦੀ ਕਿਤਾਬ ਤੁਸੀਂ ਲਿਖੋਗੇ, ਕਿਸੇ ਅਖਬਾਰ 'ਚ ਕੋਈ ਖਬਰ ਨਹੀਂ ਲੱਗੂਗੀ, ਕਿ ਕੋਈ ਚੈਨਲ ਵਾਲਾ ਤੁਹਾਨੂੰ ਆ ਕੇ ਨਹੀਂ ਪੁੱਛੂਗਾ, ਕਿਉਂਕਿ ਇਹ ਸਾਰੇ ਘਾਟੇ ਦੇ ਸੌਦੇ ਆ। ਅਗਰ ਤੁਸੀਂ ਇਹ ਤੋਂ ਇਲਾਵਾ ਹੋਰ ਵਿਚਾਰਧਾਰਾ 'ਤੇ ਕੰਮ ਕਰੋਗੇ ਤਾਂ ਤੁਹਾਨੂੰ ਫੰਡਿੰਗ ਵੀ ਹੋਊਗੀ, ਤੁਹਾਨੂੰ ਬਾਹਰਲੇ ਮੁਲਕਾਂ ਦੀ ਫੰਡਿੰਗ ਵੀ ਹੋਊਗੀ, ਤੁਹਾਨੂੰ ਵਾਰ-ਵਾਰ ਉਸ ਨੂੰ ਸਨਮਾਨਿਤ ਵੀ ਕਰਨਗੇ। ਪਰ ਪੰਜਾਬ 'ਚ ਅਸੀਂ 2 ਐਡੀਸ਼ਨ ਦਿੱਤੇ ਪਿਛਲੇ 5-6 ਸਾਲ ਤੋਂ ਲੱਗੇ ਹੋਏ ਹਾਂ। ਕੋਈ ਪੰਜਾਬ ਦਾ ਇੱਕ ਬੰਦਾ ਵੀ ਕਹਿ ਦੇਵੇ ਜਾਂ ਕੋਈ ਸਰੋਪਾ ਤੱਕ ਵੀ ਦਿੱਤਾ ਹੋਵੇ ਤਾਂ ਮੈਂ ਲਿਖਣਾ ਛੱਡ ਦੂੰਗਾ। ਪੰਮੀ ਭਾਜੀ, ਸਾਹਿਬ ਕਾਂਸ਼ੀ ਰਾਮ ਦੇ ਕੁਛ ਇੱਕ ਲਿਟਰੇਚਰ ਹੈ, ਜ਼ਿਆਦਾਤਰ ਨਹੀਂ ਮੈਂ ਕਹਿ ਸਕਦਾ ਕਿਉਂਕਿ ਮੈਂ ਉਹਨਾਂ ਦੀ ਇੱਕ ਚਮਚਾਯੋਗ ਬੁੱਕ ਪੜ੍ਹੀ ਹੈ, ਔਰ ਕੁਛ ਇੱਕ ਕਿਤਾਬਾਂ ਹੋਰ ਸਾਹਿਬ ਕਾਂਸ਼ੀ ਰਾਮ ਦੇ ਨਾਲ ਰਿਲੇਟਡ, ਕੁਛ ਇੱਕ ਛੋਟੀ ਕਿਤਾਬਾਂ ਹੈ। ਉਹਨਾਂ ਕਿਤਾਬਾਂ ਨੂੰ, ਔਰ ਅਗਰ ਮੈਂ ਕਾਂਸ਼ੀ ਰਾਮ ਬੋਲਦਾ ਕਿਤਾਬ ਦਾ ਅਸੀਂ ਮੁਲਾਂਕਣ ਕਰਨ ਬੈਠ ਜਾਈਏ ਅਤੇ ਕੀ ਫ਼ਰਕ ਮਹਿਸੂਸ ਕਰਦੇ ਹੋ, ਔਰ ਇਹਦੇ ਵਿੱਚ ਸਪੈਸ਼ਲ ਕੀ ਕਹਿਣਾ ਚਾਹ ਰਹੇ ਹੋ ਤੁਸੀਂ ਇਸ ਕਿਤਾਬ ਦੇ ਰਾਹੀਂ? ਦੇਖੋ, ਜਿਹੜੀ ਉਹਨੇ ਚਮਚਾਯੋਗ ਲਿਖੀ ਸੀ, ਉਹ ਉਹਨੇ
ਤਕਰੀਬਨ ਉਹ ਜਦੋਂ 1981-82 ਵਿੱਚ ਜਦੋਂ ਉਹਨੇ J&K ਵਿੱਚ ਸਾਈਕਲ 'ਤੇ ਯਾਤਰਾ ਕੀਤੀ ਆ, 82-83 ਵਿੱਚ ਵੀ ਉਹਨੇ, ਅਤੇ ਉਹ ਸਾਈਕਲ ਉਹ ਰਾਤ ਨੂੰ ਤੰਬੂ ਵਿੱਚ ਬੈਠ ਕੇ ਵੀ ਸਾਹਿਬ ਇਹ ਲਿਖ ਰਹਿੰਦੇ ਸੀ ਜੀ। ਤਾਂ ਉਹ ਤਾਂ ਪਹਿਲਾਂ ਨਾਮ ਰੱਖਣਾ ਚਾਹੁੰਦੇ ਸੀ ਸਨਸੈਟ ਸਨਰਾਈਜ਼, ਅਤੇ ਉਸ ਤੋਂ ਬਾਅਦ ਹੀ ਉਹਨੇ ਇਹਦਾ ਨਾਮ ਬਦਲ ਕੇ ਰੱਖਿਆ ਅਤੇ ਚਮਚਾ ਜੀ। ਪਰ ਆਪਾਂ ਕਿਉਂਕਿ ਇਹ ਸਵਾਲ ਇੱਕ ਵਾਰੀ ਗਵਾਲੀਅਰ ਵਿੱਚ ਵੀ ਪੁੱਛਿਆ ਗਿਆ ਸਾਹਿਬ ਨੂੰ ਵੀ ਤੁਸੀਂ ਕਿਤਾਬਾਂ, ਤੁਸੀਂ ਦੁਨੀਆ 'ਤੇ ਪਤਾ ਨਹੀਂ ਬੰਦਾ ਕਿਹੜਾ ਕਿਸੇ ਵੇਲੇ ਕੋਈ ਚੱਲ ਜਾਵੇ, ਤੁਸੀਂ ਕੋਈ ਇੱਦਾਂ ਦੀ ਕਿਤਾਬ ਲਿਖੋ ਜਿਹੜੀ ਇੱਕ ਮਾਰਗ ਦਰਸ਼ਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਣੇ। ਪਰ ਸਾਹਿਬ ਨੇ ਕਿਹਾ ਸੀ ਵੀ ਮੈਂ ਜੋ ਬਾਬਾ ਸਾਹਿਬ ਲਿਖ ਗਏ ਉਸ ਤੋਂ ਉੱਪਰ ਮੈਂ ਨਹੀਂ ਲਿਖ ਸਕਦਾ ਜੀ। ਪਰ ਉਹਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਵੀ ਬਾਬਾ ਸਾਹਿਬ ਨੇ ਜ਼ਿੰਦਗੀ 'ਚ ਬਹੁਤ ਕੰਮ ਕੀਤਾ। ਮੈਂ ਇੱਕ ਉਹਨਾਂ ਦੀ ਇੰਟਰਵਿਊ ਪੜ੍ਹੀ ਆ, ਔਨ ਦਾ ਰਿਕਾਰਡ ਆ, ਅਤੇ ਉਹ ਕਹਿੰਦੇ ਵੀ ਮੈਂ ਬਹੁਤ ਕੰਮ, ਬਾਬਾ ਸਾਹਿਬ ਨੇ ਬਹੁਤ ਕੰਮ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਿਲਕੁਲ। ਪਰ ਉਹਨੇ ਕਿਤਾਬਾਂ ਵੀ ਇਕੱਠੀਆਂ ਕੀਤੀਆਂ, ਪਰ ਬਦਲੇ ਵਿੱਚ ਮੈਂ ਸਮਾਜ ਨੂੰ ਇਕੱਠੇ ਕਰਦਾ ਫਿਰਦਾ ਜੀ। ਔਰ ਜਿਹੜੀ ਇਹ ਕਿਤਾਬ ਹੈ ਮੈਂ ਕਾਂਸ਼ੀ ਰਾਮ ਬੋਲਦਾ, ਇਹ ਕਿਸ ਤਰੀਕੇ ਦਾ ਮੈਸੇਜ ਦੇਵੇਗੀ ਸਮਾਜ ਦੇ ਵਿੱਚ? ਦੇਖੋ, ਜਿਨ੍ਹਾਂ ਲੋਕਾਂ ਨੇ ਕਿਤਾਬ ਪੜ੍ਹੀ ਆ ਅਤੇ ਕਿਤਾਬ ਦੀ ਡਿਮਾਂਡ, ਉਸ ਤੋਂ ਬਾਅਦ ਸਾਡੀ ਹਿੰਦੀ ਵਿੱਚ ਕਿਤਾਬ ਆ ਰਹੀ ਹੈ, ਲੋਕ ਪਤਾ ਨਹੀਂ ਕਿੱਥੋਂ ਕਿੱਥੋਂ, ਕੋਈ ਬੈਂਕ ਅਧਿਕਾਰੀ ਹੈ, ਕੋਈ ਬੈਂਕ ਅਫਸਰ ਹੈ, ਕੋਈ ਕਿਸੇ ਤਰ੍ਹਾਂ ਦੀ ਕੋਈ ਕੈਬਨਿਟ ਮੰਤਰੀ ਤੱਕ, ਉਹ ਬੰਦੇ ਮੈਨੂੰ ਮੈਸੇਜ ਕਰਕੇ ਕਹਿ ਰਹੇ ਵੀ ਸਭ ਤੋਂ ਪਹਿਲੇ ਜਿਹੜੀ ਹਿੰਦੀ ਦੀ ਕਿਤਾਬ ਹੈ, ਹਿੰਦੀ ਦੀ ਕਾਪੀ ਮੈਂ ਕਾਂਸ਼ੀ ਰਾਮ ਬੋਲ ਰਹਾ ਹੂੰ, ਉਹ ਸਾਡੇ ਹੱਥ 'ਚ ਹੋਣੀ ਚਾਹੀਦੀ ਹੈ, ਤੁਸੀਂ ਆਪਣਾ ਅਕਾਊਂਟ ਨੰਬਰ ਦਿਓ, ਅਸੀਂ ਪੈਸੇ ਪਾ ਦਿੰਦੇ ਹਾਂ। ਪਰ ਮੈਂ ਉਹਨੂੰ ਕਿਹਾ ਨਹੀਂ, 3-4 ਮਹੀਨੇ ਵੇਟ ਕਰੋ, ਕਿਉਂਕਿ ਜੇ ਕਿਤਾਬ ਇੱਕ ਲੋਕਡਾਊਨ ਦੀ ਵਜ੍ਹਾ ਕਰਕੇ ਸਾਨੂੰ ਕਿਤੇ ਨਾ ਕਿਤੇ ਆਉਣ ਜਾਣ ਦੀ ਪ੍ਰੋਬਲਮ ਹੈ, ਇਸ ਕਰਕੇ ਮੈਂ ਇਕੱਲਾ ਹਾਂ। ਅਤੇ ਮੇਰੇ ਨਾਲ ਮੇਰਾ ਛੋਟਾ ਵੀਰ ਗੁਰਿੰਦਰ ਮੇਰੇ ਨਾਲ ਉਹ ਕਾਫੀ ਐਪਰੀਸ਼ੀਏਟ ਕਰ ਰਿਹਾ, ਅਤੇ ਕਿਉਂਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਇਹ ਸਾਰੇ ਸਮਾਜ ਦਾ ਕੰਮ ਆ। ਪਰ ਜੇ ਸਮਾਜ ਐਪਰੀਸ਼ੀਏਟ ਕਰੂਗਾ ਤਾਂ ਵੀ ਮੋਸਟ ਵੈਲਕਮ, ਨਹੀਂ ਕਰੂਗਾ ਤਾਂ ਵੀ ਮੋਸਟ ਵੈਲਕਮ, ਕਿਉਂਕਿ ਸਾਨੂੰ ਵੀ ਆਦਤ ਪੈ ਗਈ ਹੈ ਕੰਡਿਆਂ 'ਤੇ ਆਪਣੇ ਆਪ ਨੂੰ ਚਲਾਉਣ ਦੀ। ਇਹਨਾਂ ਕੋਲ ਬਹੁਤਾ ਫਰਕ ਨਹੀਂ ਪੈਂਦਾ ਵੀ ਅਸੀਂ ਜ਼ਖਮੀ ਹੋ ਕੇ ਕੰਡਿਆਂ 'ਤੇ ਤੁਰ ਰਹੇ ਹਾਂ ਜਾਂ ਕਿਸੇ ਹਸਪਤਾਲ ਵਿੱਚ ਭਰਤੀ ਹਾਂ, ਤਾਂ ਮੈਨੂੰ ਲੱਗਦਾ ਨਹੀਂ ਵੀ ਉਹਦਾ ਕੋਈ ਬਹੁਤਾ ਨਹੀਂ। ਸਾਹਿਬ ਕਾਂਸ਼ੀ ਰਾਮ ਜੀ ਦੀ ਜੋ ਮਿਸ਼ਨ ਮੂਵਮੈਂਟ ਸੀ, ਜੋ ਅਸਲ ਮਿਸ਼ਨ ਮੂਵਮੈਂਟ ਜਿਹਨੂੰ ਅਸੀਂ ਕਈ ਵਾਰ ਅਸੀਂ ਗੱਲ ਕਰਦੇ ਹਾਂ ਕਿ ਸਾਹਿਬ ਕਾਂਸ਼ੀ ਰਾਮ ਦੀ ਜੋ ਸਾਈਕਲ 'ਤੇ ਨਿਕਲੇ ਜਿਸ ਟਾਈਮ ਉਹਨਾਂ ਨੇ ਅਸਲ ਮੂਵਮੈਂਟ ਜਿਹਨੂੰ ਉਹਨਾਂ ਨੇ ਅਸਲ ਹੁੰਗਾਰਾ ਦਿੱਤਾ, ਹਾਸਲ ਚਲਾਉਣ ਦੀ ਕੋਸ਼ਿਸ਼ ਕੀਤੀ, ਕਿ ਉਸ ਅਸਲ ਮੂਵਮੈਂਟ ਦੀਆਂ ਅਸਲ ਕਹਾਣੀਆਂ ਇਸ ਕਿਤਾਬ ਦੇ ਵਿੱਚ ਸਾਨੂੰ ਮਿਲਣਗੀਆਂ? ਦੇਖੋ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਅਸੀਂ ਕੋਈ ਪੋਸਟ ਲਿਖਦੇ ਹਾਂ, ਮੈਂ ਉਹਨੂੰ ਅਸੀਂ ਇਸੇ ਕਰਕੇ ਉਹਨੂੰ ਕਈ ਵਾਰ ਲੋਕਾਂ ਦੀ ਜੱਜਮੈਂਟ ਲੈਣ ਲਈ ਅਸੀਂ ਪੋਸਟ ਪਾਉਂਦੇ ਹਾਂ, ਤਾਂ ਕਿਤੇ ਨਾ ਕਿਤੇ ਕੋਈ ਕਰੈਕਸ਼ਨ ਹੋ ਸਕਦੀ ਹੈ, ਕੋਈ ਡੇਟ ਦੀ, ਕੋਈ ਇੱਧਰ ਉੱਧਰ ਹੋ, ਕੋਈ 82 ਦੀ ਘਟਨਾ ਲੈਤੀ ਦੀ ਆਪਾਂ, ਹੋ ਸਕਦਾ 83 ਦੀ ਹੋਵੇ ਜਾਂ 81 ਦੀ ਹੋਵੇ। ਪਰ ਜਿਹੜੀ ਸਾਈਕਲ ਨੂੰ ਨਹੀਂ ਧੁਰਾ ਬਣਾਇਆ, ਸਾਈਕਲ ਨੂੰ ਇਸ ਕਰਕੇ ਧੁਰਾ ਬਣਾਇਆ ਕਿਉਂਕਿ ਜਿਨ੍ਹਾਂ ਦਿਨਾਂ 'ਚ ਸਾਹਿਬ ਨੇ ਮੂਵਮੈਂਟ ਚਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਉਸ ਸਮਾਜ ਦੇ ਲੋਕਾਂ ਕੋਲ ਸਾਈਕਲ ਨਹੀਂ ਸੀ, ਪਰ ਉਸ ਵੇਲੇ ਉਸ ਸਾਈਕਲ 'ਤੇ ਵੀ ਮੂਵਮੈਂਟ ਚੱਲੀ। ਅੱਜ ਸਾਡੇ ਸਮਾਜ ਕੋਲ ਬੇਸ਼ੱਕ 20-20 ਲੱਖ ਦੀਆਂ ਗੱਡੀਆਂ ਆ, ਅਸੀਂ ਉਹਨਾਂ ਦੀਆਂ ਫੋਟੋਆਂ ਫੇਸਬੁੱਕ 'ਤੇ ਪਾਉਂਦੇ ਹਾਂ, ਵਟਸਐਪ 'ਤੇ ਪਾਉਂਦੇ ਹਾਂ, ਅਸੀਂ ਇੱਕ ਦੂਸਰੇ ਨੂੰ ਮੁਬਾਰਕਾਂ ਦਿੰਦੇ ਹਾਂ, ਪਰ ਮੂਵਮੈਂਟ ਕਿੱਥੇ ਆ? ਜਦੋਂ ਸਾਈਕਲ ਸੀ ਸਾਡੇ ਸਮਾਜ ਦੇ ਕੋਲ ਤਾਂ ਮੂਵਮੈਂਟ ਚੱਲਦੀ ਸੀ, ਪਰ ਅੱਜ ਸਾਡੇ ਕੋਲ ਗੱਡੀਆਂ ਮਹਿੰਗੇ ਪਾ ਦੀਆਂ, ਪਰ ਮੂਵਮੈਂਟ ਨਹੀਂ ਚੱਲ ਰਹੀ। ਜਦੋਂ ਅਸੀਂ 45 ਟੈਂਪਰੇਚਰ ਵਿੱਚ ਰਹਿੰਦੇ ਸੀ ਤਾਂ ਮੂਵਮੈਂਟ ਚੱਲਦੀ ਸੀ, ਪਰ ਅੱਜ ਅਸੀਂ ਏਸੀ ਦੇ ਕਮਰੇ ਵਿੱਚ ਰਹਿੰਦੇ ਹਾਂ ਤਾਂ ਮੂਵਮੈਂਟ ਚੁੱਪ ਆ, ਖਾਮੋਸ਼ ਆ। ਤੁਸੀਂ ਕਿਤੇ ਨਾ ਕਿਤੇ ਇਹ ਮੰਨਦੇ ਹੋ ਜਾਂ ਸੋਚਦੇ ਹੋ ਕਿ ਜੋ ਸਾਹਿਬ ਕਾਂਸ਼ੀ ਰਾਮ ਦੀ ਅਸਲ ਆਈਡੀਓਲੋਜੀ ਸੀ ਉਹ ਸਮਾਜ ਦੇ ਵਿੱਚ ਆ ਹੀ ਨਹੀਂ ਸਕੀ? ਹਾਂ, ਦੇਖੋ, ਮੈਂ ਕਿਸੇ 'ਤੇ ਐਲੀਗੇਸ਼ਨ ਨਹੀਂ ਲਾਊਂਗਾ, ਮੈਂ ਆਪਣਾ ਮੇਰੇ ਕੰਮ ਕਰਨ ਦਾ ਤਰੀਕਾ, ਮੈਂ ਕਿਸੇ 'ਤੇ ਐਲੀਗੇਸ਼ਨ ਨਹੀਂ ਲਾਊਂਗਾ। ਉਹ ਉਹਨਾਂ ਦਾ ਤਰੀਕਾ ਆ, ਉਹ ਕਿਸ ਤੁਹਾਡੀ ਸਾਹਿਬ ਦੀ ਵਿਚਾਰਧਾਰਾ ਨੂੰ ਕੋਈ ਵਾਰ ਸਾਹਮਣੇ ਲੈ ਕੇ ਆਉਂਦਾ ਕਿ ਨਹੀਂ ਆਉਂਦਾ, ਕਿਉਂਕਿ ਇਹ ਉਹਨਾਂ ਦਾ ਆਪਣਾ ਮੋਟਿਵ ਆ। ਹੋ ਸਕਦਾ ਕਿਉਂਕਿ ਅੱਜ ਕੱਲ੍ਹ ਜਿਹੜੇ ਰਾਈਟਰ ਆ ਉਹ ਬਿਜ਼ਨਸਮੈਨ ਬਣ ਗਏ ਆ, ਉਹ ਦੇਖਦੇ ਸਾਨੂੰ ਬੁਰਕੀ ਕਿੱਧਰ ਪੈਂਦੀ ਹੈ, ਪਰ ਕਿਉਂਕਿ ਉਹ ਜਿਹੜਾ ਇੱਕ ਰਾਈਟਰ ਆ, ਉਹ ਬਹੁਤ ਘੱਟ ਲੋਕ ਹੈ ਜਿਹੜੇ ਉਸ ਸਬਜੈਕਟ 'ਤੇ ਕੰਮ ਕਰਨਗੇ ਜਿੱਥੋਂ ਉਹਨਾਂ ਨੂੰ ਲੱਗਦਾ ਵੀ ਯਾਰ ਸਮਾਜ ਦਾ ਕੋਈ ਫਾਇਦਾ ਹੋਊਗਾ। ਪਰ ਜ਼ਿਆਦਾਤਰ ਰਾਈਟਰ ਜਿਹੜੇ ਉਸ ਸਬਜੈਕਟ 'ਤੇ ਕੰਮ ਕਰਨਾ ਜ਼ਿਆਦਾ ਚਾਹੁੰਦੇ ਆ, ਲੋਚਦੇ ਆ ਜਿੱਥੇ ਉਹਨਾਂ ਨੂੰ ਖੁਦ ਨੂੰ ਫਾਇਦਾ ਹੋਵੇ, ਜਿੱਥੇ ਉਹ ਲੱਗਦਾ ਵੀ ਸਾਨੂੰ ਘੱਟੋ ਘੱਟ ਕੋਈ ਬਾਹਰ ਅੰਦਰ ਮੰਗਾਵੇ, ਸਾਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰੇ, ਪਰ ਇਹੀ ਹੈ ਜਾਂ ਸਾਡਾ ਪਰਿਵਾਰ ਸੈੱਟ ਹੋ ਜਾਵੇ। ਇਹ ਮਿਸ਼ਨ ਇੱਥੇ ਤੱਕ ਹੀ ਰਹਿ ਗਿਆ। ਇੱਕ ਗੱਲ ਭਾਜੀ ਕਿ ਸ਼ਰਧਾ ਦੇ ਵਿੱਚ ਕਦੇ ਇਤਿਹਾਸ ਨਹੀਂ ਲਿਖੇ ਜਾਂਦੇ ਹੁੰਦੇ, ਔਰ ਅਗਰ ਸਾਹਿਬ ਕਾਂਸ਼ੀ ਰਾਮ ਦੀ ਗੱਲ ਕਰੀਏ ਤਾਂ ਸਾਹਿਬ ਕਾਂਸ਼ੀ ਰਾਮ ਦੀ ਗੱਲ ਨੂੰ ਲਿਖਣਾ ਵੀ ਉਨਾ ਔਖਾ ਹੈ ਜਿੰਨਾ ਸੁਣਨਾ ਔਖਾ ਹੈ। ਮੈਨੂੰ ਪਹਿਲੀ ਵਾਰੀ ਜਦੋਂ ਮੈਂ ਥੋੜ੍ਹਾ ਜਿਹਾ ਲਿਖਣਾ ਸ਼ੁਰੂ ਕੀਤਾ ਅੱਜ ਤੋਂ 5-6 ਸਾਲ ਪਹਿਲਾਂ, ਤਾਂ ਮੈਨੂੰ ਇੱਕ ਬਹੁਤ ਵੱਡਾ ਮੇਰਾ ਮਿੱਤਰ ਹੈ, ਵੈਸੇ ਉਹ ਤਕੜਾ ਅਫਸਰ ਵੀ ਆ, ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਜੇ ਸਾਹਿਬ ਬਾਰੇ ਲਿਖਣਾ ਤਾਂ ਸਾਹਿਬ ਦੇ ਕੱਦ ਦਾ ਬਣਨਾ ਪਊਗਾ। ਪਰ ਮੈਂ ਉਹਨੂੰ ਕਿਹਾ ਵੀ ਆਉਣ ਵਾਲੇ 10,000 ਸਾਲ ਤੱਕ ਸਾਹਿਬ ਦੇ ਕੱਦ ਦਾ ਕੋਈ ਬੰਦਾ ਪੈਦਾ ਨਹੀਂ ਹੋਊਗਾ, ਮੈਨੂੰ ਇਹ ਵਿਸ਼ਵਾਸ ਆ, ਪਰ ਮੇਰਾ ਇੱਕ ਯਤਨ ਆ, ਪਰ ਅੱਜ ਉਹੀ ਲੋਕ ਮੇਰੇ ਯਤਨ ਨੂੰ ਸਲਾਉਂਦੇ ਆ। ਤਾਂ ਸਾਹਿਬ ਮੈਂ ਕਾਂਸ਼ੀ ਰਾਮ ਬੋਲਦਾ ਦੀ ਜਿਹੜੀ ਇਹ ਬੁੱਕ ਹੈ ਸਾਹਿਬ ਕਾਂਸ਼ੀ ਰਾਮ ਦੇ ਨਾਲ ਸੰਬੰਧਿਤ, ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਆ, ਤੁਸੀਂ ਮੰਨਦੇ ਹੋ ਭਾਜੀ ਕਿ ਇਹ ਯੁੱਗ ਪਲਟਾਊ ਸਾਬਤ ਹੋਵੇਗੀ? ਦੇਖੋ, ਅੱਜ ਦੀ ਤਰੀਕ ਵਿੱਚ ਫਿਲਹਾਲ ਤਾਂ ਇਹ ਹੁੰਦਾ ਵੀ ਸਾਡੀ ਕੋਸ਼ਿਸ਼ ਹੈ ਵੀ ਮਾਨਵਰ ਦੀ ਜਿਹੜੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਅੱਜ ਹੁਣ ਜਿਹੜੀ 20-25 ਸਾਲ ਦੇ ਆ, ਉਹਨਾਂ ਨੂੰ ਖੁਦ ਨੂੰ ਸਾਹਿਬ ਬਾਰੇ ਨਹੀਂ ਪਤਾ,
ਜੀ। ਪਰ ਇਸ ਤੋਂ ਜ਼ਿਆਦਾ ਵੀ ਜਿਹੜੇ 40 ਦੇ ਤੇ ਜਾਂ 45 ਦੇ ਜਾਂ 50 ਵਾਲੇ ਵੀ ਉਹਨਾਂ ਨੂੰ ਵੀ ਬਹੁਤਾ ਸਾਹਬ ਪਰ ਨਹੀਂ ਪਤਾ, ਕਿਉਂਕਿ ਜਦੋਂ ਜਿਨ੍ਹਾਂ ਲੋਕਾਂ ਕੋਲ ਸਹੂਲਤਾਂ ਮਿਲ ਜਾਂਦੀਆਂ ਉਹ ਕਹਿੰਦੇ ਅਸੀਂ ਮਹਾਂਪੁਰਸ਼ਾਂ ਤੋਂ ਕੀ ਲੈਣਾ, ਕਿਉਂਕਿ ਮਹਾਂਪੁਰਸ਼ਾਂ ਨੂੰ ਜਾਣਨ ਦੀ ਜਿਗਿਆਸਾ ਉਹਨਾਂ ਵਿੱਚ ਹੈ ਜਿਨ੍ਹਾਂ 'ਚ ਗਿਆਨ ਦੀ ਘਾਟ ਹੈ, ਜਿਹੜੇ ਚਾਹੁੰਦੇ ਵੀ ਸਾਨੂੰ ਗਿਆਨ ਮਿਲੇ, ਜਾਂ ਫਿਰ ਉਹ ਜਿਹੜੇ ਚਾਹੁੰਦੇ ਵੀ ਮੂਵਮੈਂਟ ਅੱਗੇ ਵਧੇ। ਦੋ ਤਿੰਨ ਕਿਸਮ ਦੇ ਸਾਨੂੰ ਲੋਕ ਮਿਲਣਗੇ, ਪਰ ਇਹ ਮੇਰੇ ਮੈਂ ਕਿਸੇ ਤੇ ਜ਼ਬਰਦਸਤੀ ਆਪਣੇ ਵਿਚਾਰ ਥੋਪ ਨਹੀਂ ਸਕਦਾ, ਨਾ ਮੈਂ ਕਿਸੇ ਨੂੰ ਕਹਿੰਦਾ ਵੀ ਮੈਂ ਕਾਂਸ਼ੀ ਰਾਮ ਬੋਲਦਾ ਕਿਤਾਬ ਪੜ੍ਹੋ, ਕਿਉਂਕਿ ਨਾ ਮੈਂ ਇਸ ਵਿਸ਼ੇ ਨੂੰ ਲੈ ਕੇ ਤੁਰਿਆ ਸੀ। ਪਰ ਮੈਂ ਜਿੱਦਣ ਇਹ ਲਿਖਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਸਾਡੇ ਅਮਰੀਕਾ 'ਚੋਂ ਅਮਰ ਦਰੋਚ ਆ, ਉਹ ਜਿੰਨੇ ਵੀ ਅਮਰੀਕਾ ਦੇ ਲੋਕ ਆ, ਉਹਨੇ ਮੈਨੂੰ ਫਿਰ ਜਦੋਂ ਦੇਖਿਆ ਵੀ ਇਹ ਕਿਤਾਬ ਜਾਂ ਮੈਟਰ ਬਹੁਤ ਵਧੀਆ ਵਿਸ਼ਾ ਆ, ਤਾਂ ਉਹਨੇ ਸਾਰਾ ਖਰਚਾ ਕਿਤਾਬ ਦਾ ਉਹਨੇ ਕੀਤਾ ਜੀ। ਤੇ ਮਤਲਬ ਇੱਦਾਂ ਆ ਵੀ ਇੱਕ ਕਾਫਲਾ ਇੱਕ ਕਾਰਵਾਂ ਬਣਦਾ ਜਾਣਾ, ਜੇ ਤੁਸੀਂ ਆਪਾਂ ਪਹਿਲੇ ਉਮੀਦਾਂ ਲੈ ਕੇ ਚੱਲਾਂਗੇ। ਪਰ ਮੈਂ ਇਹਦੇ ਵਿੱਚ ਨਿਰਾਸ਼ ਹੋਣ ਵਾਲਾ ਨਹੀਂ ਵੀ ਮੇਰਾ ਅੱਜ ਤੋਂ ਬਾਅਦ ਕੋਈ ਸਾਥ ਦੇਵੇ ਜਾਂ ਨਾ ਦੇਵੇ, ਇਹ ਤਾਂ ਜਿੰਨਾ ਚਿਰ ਜ਼ਿੰਦਗੀ ਆ ਤਾਂ ਇਹ ਮਾਨਵਰ ਦੇ ਉੱਪਰ ਇਹ ਲਿਖਣਾ ਸਾਡਾ ਫਰਜ਼ ਹੈ। ਇਹ ਕਿਉਂਕਿ ਉਸ ਸ਼ਖਸੀਅਤ ਨੇ ਸਾਨੂੰ ਮੁਰਦਿਆਂ ਤੋਂ ਜਗਾਇਆ, ਇੱਕ ਲੰਬੀ ਨੀਂਦ ਤੋਂ ਜਗਾਇਆ। ਨਹੀਂ ਤਾਂ ਸਾਨੂੰ ਬਾਬਾ ਸਾਹਿਬ ਬਾਰੇ, ਜੋਤੀਬਾ ਫੂਲੇ ਬਾਰੇ, ਬਿਰਸਾ ਮੁੰਡਾ ਬਾਰੇ, ਪਿਆਰੇ ਰਾਮਾ ਸਵਾਮੀ ਬਾਰੇ, ਸਾਨੂੰ ਸਵਿਤਰੀ ਬਾਈ ਫੂਲੇ ਬਾਰੇ ਸਾਨੂੰ ਨਹੀਂ ਕੁਛ ਵੀ ਪਤਾ ਸੀ। ਨਹੀਂ ਪਤਾ ਸੀ, ਬਿਲਕੁਲ। ਔਰ ਜਦੋਂ ਸਾਹਬ ਕਾਂਸ਼ੀ ਰਾਮ ਦੀ ਗੱਲ ਚੱਲਦੀ ਹੈ ਤਾਂ ਉਹਦੇ ਨਾਲ ਬਹੁਤ ਸਾਰੇ ਹੋਰ ਕਿਸੇ ਖੜੇ ਹੋ ਜਾਂਦੇ ਨੇ, ਕਿਉਂਕਿ ਸਾਹਬ ਕਾਂਸ਼ੀ ਰਾਮ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਇੱਕ ਨਿਡਰ ਔਰ ਇੱਕ ਇਹੋ ਜਿਹਾ ਜੀ ਲੀਡਰ ਦੀ ਗੱਲਬਾਤ ਹੁੰਦੀ ਹੈ ਕਿ ਜੋ ਨਾ ਡਰਦਾ ਸੀ ਔਰ ਨਾ ਦਬਦਾ ਸੀ। ਕਿ ਇਹੋ ਜਿਹੀ ਛਵੀ ਸੱਚ ਦੇ ਵਿੱਚ ਸਾਹਬ ਕਾਂਸ਼ੀ ਰਾਮ ਦੀ ਇਸ ਕਿਤਾਬ ਦੇ ਵਿੱਚ ਦੇਖਣ ਨੂੰ ਮਿਲੂਗੀ? ਦੇਖੋ ਬਿਲਕੁਲ ਇਹ ਤੁਹਾਨੂੰ ਇਸ ਕਿਤਾਬ ਵਿੱਚ ਵੀ ਮੈਨੂੰ ਮਿਲੂਗੀ ਪਾਉਣ ਨੂੰ। ਤਾਂ ਆਉਣ ਵਾਲੀ ਜਿਹੜੀ ਮੇਰੀ ਹਿੰਦੀ ਦੀ ਕਿਤਾਬ ਹੈ ਮੈਂ ਕਾਂਸ਼ੀ ਰਾਮ ਬੋਲ ਰਹਾ ਹੂੰ, ਉਹਦੇ ਵਿੱਚ ਵੀ ਇਹ ਪਾਉਣ ਨੂੰ ਮਿਲੇਗੀ ਕਿ ਕਿੱਦਾਂ ਉਹਨੇ ਨਰਸਿਮਹਾ ਰਾਉਤ ਨੂੰ ਰਾਤ ਨੂੰ 11 ਵਜੇ ਜਗਾ ਲਿਆ ਸੀ, ਕਿੱਦਾਂ ਉਹਨੇ ਅਟਲ ਬਿਹਾਰੀ ਵਾਜਪਾਈ ਨੂੰ ਉਹਨਾਂ ਦੀ ਹਾਜ਼ਰੀ ਵਿੱਚ, ਅਡਵਾਨੀ ਦੀ ਹਾਜ਼ਰੀ ਵਿੱਚ ਕਿੱਦਾਂ ਉਹ ਬ੍ਰਾਹਮਣਵਾਦ ਨੂੰ ਪੀ ਕੇ ਪਾਣੀ ਪੀ ਕੇ ਕੋਸਦੇ ਰਹੇ ਆ। ਇਹ ਇੱਕ ਨਿਡਰ ਉਹਨਾਂ ਦਾ ਨਜ਼ਰੀਆ ਸੀ। ਉਹ ਕਿਸੇ ਤੋਂ ਨਾ ਬੈਂਕਣ ਵਾਲੇ ਸੀ, ਨਾ ਉਹ ਡਰਨ ਵਾਲੇ ਸੀ, ਕਿਉਂਕਿ ਉਹਨਾਂ ਨੇ ਤਾਂ ਖੁਦ ਲੋਕਾਂ ਦਾ ਡਰ ਚੱਕਿਆ, ਕਿਉਂਕਿ ਉਹਨਾਂ ਲੋਕਾਂ ਨੂੰ ਖੁਦ ਡਰ ਭੈ ਤੋਂ ਮੁਕਤ ਹੋਣ ਦਾ ਇੱਕ ਜਰੀਆ ਸੀ ਸਾਹਬ ਕਾਂਸ਼ੀ ਰਾਮ ਸਾਡੇ ਸਮਾਜ ਦਾ। ਜੋ ਅੱਜ ਸਾਡੇ ਸੰਘਰਸ਼ ਹੁੰਦਾ ਜਾਂ ਕਿਤੇ ਅਸੀਂ ਮੰਦਰ ਨੂੰ ਲੈ ਕੇ ਜਾਂ ਮਸਜਿਦ ਨੂੰ ਲੈ ਕੇ ਅਸੀਂ ਇੰਨੇ ਲੱਖਾਂ ਦੇ ਲੋਕ ਵਿੱਚ ਭੀੜ ਇਕੱਠੀ ਕਰਦੇ ਹਾਂ, ਜਾਂ ਅਸੀਂ ਕਿਤੇ ਨਾ ਕਿਤੇ ਮੁਜ਼ਾਹਰੇ ਕਰਦੇ ਹਾਂ, ਜੇ ਲੋਕੀ ਅੱਜ ਦੇ ਦੌਰ ਵਿੱਚ ਕਿਤੇ ਥਾਣੇ ਨੂੰ ਵੀ ਦੁਖੀ ਹੋ ਕੇ ਗੱਲ ਆਉਂਦੇ ਆ ਜਦੋਂ ਇਨਸਾਫ ਨਹੀਂ ਮਿਲਦਾ, ਤਾਂ ਇਹ ਸਾਰਾ ਜਿਹੜਾ ਸਟੈਮਨਾ ਇਹ ਸਭ ਦੇ ਬਖਸ਼ਿਆ ਹੋਇਆ ਹੈ। ਨਹੀਂ ਤਾਂ ਐਜੀਟੇਸ਼ਨ ਕਿੱਦਾਂ ਕਰਨੀ ਆ, ਕਿੱਦਾਂ ਮੂਵਮੈਂਟ ਚਲਾਉਣੀ ਆ, ਕਿੱਦਾਂ ਇਹ ਸਾਰਾ ਕੁਝ ਸਾਨੂੰ ਨਹੀਂ ਪਤਾ ਸੀ। ਪਰ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਇਹੀ ਹੁੰਦਾ ਸੀ ਵੀ ਪਹਿਲਾਂ ਆਪਣੇ ਜਿਹੜੇ ਮਤਲਬ ਸੰਵਿਧਾਨਕ ਤਰੀਕੇ 'ਚ ਰਹਿ ਕੇ ਇਹਨਾਂ ਕੰਮ ਕਰੋ, ਮੂਵਮੈਂਟ ਨੂੰ ਚਲਾਓ। ਜੇ ਕਿਤੇ ਨਾ ਕਿਤੇ ਸਰਕਾਰ ਨਹੀਂ ਮੰਨਦੀ ਤਾਂ ਤੁਸੀਂ ਦੂਸਰਾ ਸੰਵਿਧਾਨਕ ਤਰੀਕੇ ਵੀ ਅਪਣਾ ਸਕਦੇ ਹੋ, ਕੋਈ ਹਰਜ ਨਹੀਂ। ਆਖਰ ਦੇ ਵਿੱਚ ਭਾਜੀ ਮੈਂ ਇੱਕ ਸਵਾਲ ਲਾਸਟ ਦੇ ਵਿੱਚ ਮੈਂ ਸਵਾਲ ਕਰਨ ਜਾ ਰਿਹਾ ਕਿ ਮੈਂ ਕਾਂਸ਼ੀ ਰਾਮ ਬੋਲਦਾ ਨਾਮ ਦੀ ਜਿਹੜੀ ਕਿਤਾਬ ਹੈ, ਇਸ ਕਿਤਾਬ ਦੇ ਵਿੱਚ ਕੋਈ ਇਹੋ ਜਿਹਾ ਇੰਸੀਡੈਂਟ ਹੋਵੇ ਜਿਹੜਾ ਤੁਹਾਨੂੰ ਬਹੁਤ ਵਧੀਆ ਔਰ ਇੱਕ ਕਹਿੰਦੇ ਹੁੰਦੇ ਆ ਕਿ ਬੰਦੇ ਦੇ ਸਰੀਰ ਦੇ ਅੰਦਰ ਕੰਪੀ ਪੈਦਾ ਕਰਨ ਵਾਲਾ ਹੋਵੇ, ਜੋ ਤੁਹਾਨੂੰ ਲੱਗਦਾ? ਦੇਖੋ ਮੈਂ ਜਿੱਦਾਂ ਇੱਕ ਮਾਂ ਨੂੰ ਆਪਣੇ ਸਾਰੇ ਬੇਟੇ ਪਿਆਰੇ ਹੁੰਦੇ, ਮੈਨੂੰ ਸਾਰੀਆਂ ਘਟਨਾਵਾਂ ਜਿੰਨੇ ਵੀ 300-400 ਘਟਨਾ ਹੈ ਉਹ ਸਾਰੀ ਆ, ਪਰ ਇਹਦੇ ਵਿੱਚ ਬਹੁਤ ਮਤਲਬ ਹਰ ਘਟਨਾ ਹੀ ਦਿਲ ਨੂੰ ਬੁਲੰਦਣ ਵਾਲੀ ਹੈ। ਮੈਂ ਖੁਦ ਵੀ ਮੈਨੂੰ ਇੱਦਾਂ ਕਈ ਵਾਰੀ ਮੈਂ ਇਮੋਸ਼ਨਲ ਹੋ ਜਾਣਾ। ਪਰ ਉਹਨੂੰ ਇੱਕ ਘਟਨਾ ਮਾਲਵਾ ਬੈਲਟ ਦੀ ਪੰਜਾਬ ਦੀ 1982 ਵਿੱਚ ਉਹਨੇ ਇੱਕ ਕੇਡਰ ਲਾਉਣਾ ਸੀ ਇੱਕ ਕੈਂਪ ਵਿੱਚ, ਕੇਡਰ ਇੱਕ ਪਿੰਡ ਵਿੱਚ। ਅਤੇ ਜਦੋਂ ਕੇਡਰ ਲਾਉਣ ਗਏ ਤਾਂ ਰਾਤ ਨੂੰ 7-8 ਵਜੇ ਰਾਤ ਦੇ ਹੋਏ ਤਾਂ ਉਹਨੇ ਬਾਮ ਸਿਫਤ ਦੇ ਕੁਛ ਵਰਕਰਾਂ ਨੂੰ ਪੁੱਛਿਆ ਵੀ ਰਾਤ ਦੇ ਰੋਟੀ ਪਾਣੀ ਦਾ ਪ੍ਰਬੰਧ ਕਿੱਦਾਂ ਹੋਊਗਾ ਜੀ। ਅਤੇ ਉਹ ਸਾਰੇ ਚੁੱਪ ਰਹੇ। ਚੁੱਪ ਰਹਿਣ ਦਾ ਮਤਲਬ ਸਾਨੂੰ ਸਮਝ ਗਿਆ ਸੀ ਵੀ ਨਹੀਂ, ਪ੍ਰਬੰਧ ਨਹੀਂ ਹੋ ਸਕਦਾ, 40-50 ਬੰਦੇ ਕਿੱਦਾਂ ਪ੍ਰਬੰਧ ਹੋਣਾ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਵੀ 50 ਬੰਦੇ ਸਾਡੇ ਘਰ ਆ ਜਾਣ ਤਾਂ ਬੜਾ ਔਖਾ ਹੋ ਜਾਂਦਾ। ਤਾਂ ਇਹ ਤਾਂ ਉਸ ਵੇਲੇ ਦੀ ਗੱਲ ਹੈ ਜਿਹਨਾਂ ਦੇ ਵਿੱਚ ਮੂਵਮੈਂਟ ਮਤਲਬ ਜਿਹੜਾ ਲਾ ਰਹੇ ਸੀ ਜਾਂ ਪੈਰ ਪਸਾਰ ਰਹੇ ਸੀ। ਤਾਂ ਸਾਹਿਬ ਨੇ ਕਿਹਾ ਠੀਕ ਆ, ਕਿਸੇ ਕੋ 1-2 ਰੁਪਈਏ ਹੈਗੇ ਆ। ਤਾਂ ਇੱਕ ਬੈਂਕ ਮੁਲਾਜ਼ਮ ਸੀ ਉਹ ਕੇਡਰ ਕੈਂਪ 'ਚ ਹਿੱਸਾ ਲੈਣ ਗਿਆ ਸੀ, ਉਹ ਕਹਿੰਦਾ ਮੇਰੀ ਜੇਬ ਵਿੱਚ ਪੈਸੇ ਹੈਗੇ 2 ਰੁਪਈਏ। ਸਾਹਿਬ ਕਹਿੰਦੇ ਜਾਂ 100 ਪੋਲੀਥੀਨ ਦਾ ਲਿਫਾਫਾ ਫੜ ਕੇ ਲਿਆ, ਪੋਲੀਥੀਨ ਦਾ ਲਿਫਾਫਾ ਪਲਾਸਟਿਕ ਦਾ ਦੁਕਾਨ ਤੋਂ ਫੜ ਕੇ ਲਿਆ। ਉਹ ਕਹਿੰਦੇ ਲੈ ਸਾਹਿਬ ਜੀ ਲੈ, ਹੁਣ ਦੱਸੋ ਕੀ ਕਰਨਾ। ਉਹ ਕਹਿੰਦੇ ਇਸ ਘਰ 'ਚ ਇਸ ਪਿੰਡ ਵਿੱਚ ਇਹ 2 ਘਰ 'ਚ ਜਾ ਕੇ ਪੋਲੀਥੀਨ ਦੇ ਲਿਫਾਫੇ ਵੰਡ ਦਿਓ। ਅਤੇ ਮਤਲਬ ਉਹ SC BC ਅਦਰ ਕਾਸਟ ਹੋਣੇ ਚਾਹੀਦੇ ਆ, ਮਤਲਬ ਕੋਈ ਹਾਈ ਕਾਸਟ ਦਾ ਕੋਈ ਬੰਦਾ ਨਹੀਂ ਹੋਣਾ ਚਾਹੀਦਾ ਜਿਹਦੇ ਘਰ ਤੁਸੀਂ ਜਾਣਾ, ਸਿਰਫ ਲੋਅਰ ਕਾਸਟ ਦੇ ਲੋਕਾਂ ਦੇ ਵਿੱਚ ਘਰਾਂ 'ਚ ਜਾਣਾ। ਉਹਨਾਂ ਦੇ ਘਰਾਂ 'ਚ 2 ਪੋਲੀਥੀਨ ਦੇ ਲਿਫਾਫੇ ਦੇ ਦਿਓ। ਉਹਨਾਂ ਨੂੰ ਇਹ ਗੱਲ ਕਹਿ ਦਿਓ ਵੀ ਅਸੀਂ ਤੁਹਾਡੇ ਪਿੰਡ 'ਚ ਅੱਜ ਕੇਡਰ ਕੈਂਪ ਲਾਉਣਾ, ਸਾਰੀ ਰਾਤ ਤੁਹਾਡੇ ਅਸੀਂ ਦਸਤਕ ਦੇਣੀ ਆ ਪਿੰਡ 'ਚ, ਅਤੇ ਸਾਰੀ ਰਾਤ ਤੁਹਾਡੇ ਪਿੰਡ ਵਿੱਚ ਹੀ ਆ ਵੀ ਉਸ ਤੋਂ ਬਾਅਦ ਤੁਸੀਂ ਰੋਟੀ ਪਾਣੀ ਖਾ ਲਓ। ਰੋਟੀ ਪਾਣੀ ਖਾਣ ਤੋਂ ਬਾਅਦ ਅਗਰ ਕਿਸੇ ਕੋਲ ਰੋਟੀ ਬਚ ਗਈ ਤਾਂ ਇੱਕ ਲਿਫਾਫੇ 'ਚ ਰੋਟੀ ਪਾ ਦਿਓ, ਅਗਰ ਕਿਸੇ ਕੋਲ ਦਾਲ ਬਚ ਗਈ ਤਾਂ ਇੱਕ ਲਿਫਾਫੇ 'ਚ ਦਾਲ ਪਾ ਦਿਓ। ਅਸੀਂ ਤੁਹਾਡੇ ਕੋਲ 10 ਵਜੇ ਆਵਾਂਗੇ। ਜਦੋਂ ਰਾਤ ਨੂੰ 10 ਵਜੇ ਤਾਂ ਸਾਹਿਬ ਨੇ ਕਿਹਾ ਵੀ ਜਾਓ ਹੁਣ ਦੇਖੋ ਬਈ ਕੋਈ ਜੇ ਕੋਈ ਦਾਲ ਫੁਲਕਾ ਮਿਲਦਾ ਤਾਂ ਲੈ ਆਓ। ਅਤੇ ਉਹ ਸਾਰੇ ਜਣੇ ਗਏ ਤਾਂ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ, ਲੋਕਾਂ ਨੇ ਆਪਣੇ ਭੁੱਖੇ ਰਹਿ ਕੇ ਵੀ ਉਹਦੇ ਵਿੱਚ ਲਿਫਾਫੇ ਜਿਹੜੇ ਸੀ ਮਤਲਬ ਸਬਜ਼ੀ ਨਾਲ ਭਰ ਦਿੱਤੇ ਔਰ ਪ੍ਰਸ਼ਾਦਿਆਂ ਨਾਲ ਭਰ ਦਿੱਤੇ। ਉਹ ਰਾਤ ਨੂੰ ਵੀ ਲੋਕਾਂ ਨੇ ਮਤਲਬ ਬਾਮ ਸਿਫਤ ਦੇ ਲੋਕਾਂ ਨੇ ਰੱਜ ਕੇ ਖਾਣਾ ਖਾਧਾ।
ਤਾਂ ਸਵੇਰ ਨੂੰ ਵੀ ਉਹਦੇ ਵਿੱਚੋਂ ਬ੍ਰੇਕਫਾਸਟ ਕੀਤਾ। ਤੇ ਮਤਲਬ ਸਾਰੀ ਰਾਤ ਫਿਰ ਕੈਡਰ ਕੈਂਪ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਵੀ ਸਾਹਿਬ ਨੇ ਫਿਰ ਵੀ ਲੋਕਾਂ ਨੂੰ ਕਿਹਾ ਆਪਣੇ ਵੀ ਜੇ ਕਿਸੇ ਨੇ ਗੱਲ ਕਰਨੀ ਮੈਂ ਜਾਗਦਾ ਹਾਂ, ਤੁਸੀਂ ਬਾਕੀ ਜੇ ਕਿਸੇ ਨੇ ਸੌਣਾ ਸੌਂ ਜਾਓ, ਮੈਂ ਜਾਗਦਾ, ਜੇ ਕਿਸੇ ਨੇ ਮੂਵਮੈਂਟ 'ਤੇ ਗੱਲ ਕਰਨੀ ਆ ਮੈਂ ਫਿਰ ਵੀ ਹਾਜ਼ਰ ਹਾਂ। ਸਾਹਿਬ ਕਾਂਸ਼ੀ ਰਾਮ ਦਾ ਜੋ ਸੰਘਰਸ਼, ਜਿਸ ਉਹਨਾਂ ਨੇ ਹਿੰਮਤ ਔਰ ਹੌਸਲੇ ਦੇ ਨਾਲ ਜਿਸ ਸਮੇਂ ਕੀਤਾ, ਜਿਸ ਸਮੇਂ ਗੱਲ ਕਰਨੀ ਬੜੀ ਮੁਸ਼ਕਲ ਹੁੰਦੀ ਸੀ, ਔਰ ਉਸ ਹਿੰਮਤ ਔਰ ਹੌਸਲੇ ਦੇ ਸੰਘਰਸ਼ ਨੂੰ ਜਿੰਦਾ ਕਰ ਰਹੀ ਹੈ ਇਹ ਕਿਤਾਬ ਮੈਂ ਕਾਂਸ਼ੀ ਰਾਮ ਬੋਲਦਾ, ਜਿਸ ਕਿਤਾਬ ਦੇ ਵਿੱਚ ਸੱਚੀਆਂ ਘਟਨਾਵਾਂ ਸਾਰੀਆਂ ਲਿਖੀਆਂ ਗਈਆਂ ਨੇ, ਜੋ ਪੰਮੀ ਲਾਲੋ ਮਜਾਰਾ ਜੀ ਦੁਆਰਾ ਲਿਖੀ ਗਈ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਾਰੀਆਂ ਘਟਨਾਵਾਂ ਉਹ ਸੱਚੀਆਂ ਘਟਨਾਵਾਂ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ ਸੰਬੰਧਿਤ ਨੇ। ਪਰ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਕਿ ਮੈਂ ਨਹੀਂ ਕਹਿੰਦਾ ਤੁਸੀਂ ਇਹ ਕਿਤਾਬ ਪੜ੍ਹੋ, ਪਰ ਇਸ ਚੈਨਲ ਦੇ ਰਾਹੀਂ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਇਸ ਕਿਤਾਬ ਨੂੰ ਪੜ੍ਹੋ, ਕਿਉਂਕਿ ਹੋ ਸਕਦਾ ਹੈ ਕਿ ਕੋਈ ਵੀ ਘਟਨਾ ਤੁਹਾਡੇ ਜ਼ਿੰਦਗੀ ਦੇ ਵਿੱਚ ਟਰਨਿੰਗ ਪੁਆਇੰਟ ਦਾ ਰੂਪ ਲੈ ਸਕਦੀ ਹੈ। ਭਾਜੀ, ਆਖਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ? ਆਖਰ ਵਿੱਚ ਮੈਂ ਤਾਂ ਦਰਸ਼ਕਾਂ ਨੂੰ ਹੀ ਕਹਿ ਰਿਹਾ ਵੀ ਮੂਵਮੈਂਟ ਨਾਲ ਨਾ ਟੁੱਟੋ, ਥੋੜ੍ਹਾ ਜਿਹਾ ਆਪਣੇ ਧੀਆਂ ਪੁੱਤਾਂ ਤੋਂ ਮੋਹ ਘਟਾ ਕੇ ਮੂਵਮੈਂਟ ਨਾਲ ਜ਼ਰੂਰ ਜੋੜੋ, ਕਿਉਂਕਿ ਮੂਵਮੈਂਟ ਹਮੇਸ਼ਾ ਕੰਮ ਆਉਣੀ ਆ, ਧੀਆਂ ਪੁੱਤ ਹਮੇਸ਼ਾ ਕੰਮ ਨਹੀਂ ਆਉਣੇ। ਆਪਣੀ ਸੋਚ ਨੂੰ ਬੜਾ ਕਰੋ, ਕਿਉਂਕਿ ਮੂਵਮੈਂਟ ਹੋਊਗੀ ਤਾਂ ਅਸੀਂ ਹੋਵਾਂਗੇ, ਪਰ ਜੇ ਅਸੀਂ ਨਹੀਂ ਹੋਵਾਂਗੇ ਮੂਵਮੈਂਟ ਫਿਰ ਵੀ ਚੱਲੂਗੀ ਜੀ। ਇਸ ਕਰਕੇ ਇੰਨੇ ਫੋਕਸ ਨਾ ਕਰੋ ਵੀ ਅਸੀਂ ਆਪਣੀ ਕੁੜੀ ਨੂੰ ਜਾਂ ਆਪਣੇ ਮੁੰਡੇ ਨੂੰ ਆਈਲੈਟਸ ਕਰਾ ਕੇ ਕੈਨੇਡਾ ਭੇਜਣਾ। ਇਹ ਕੰਮ ਜੇ ਤੁਸੀਂ ਨਾ ਵੀ ਕਰੋਗੇ ਤਾਂ ਰੋਟੀ ਤਾਂ ਫਿਰ ਵੀ ਮਿਲ ਜਾਣੀ, ਜੇ ਰੋਟੀ ਤੱਕ ਹੀ ਕਿਉਂਕਿ ਪਰ ਰੋਟੀ ਖਾਣ ਦਾ ਕੋਈ ਢੰਗ ਤਰੀਕਾ ਹੋਣਾ ਚਾਹੀਦਾ ਵੀ ਰੋਟੀ ਅਸੀਂ ਕਿੱਦਾਂ, ਇਹ ਜੇ ਤੁਸੀਂ ਰੋਟੀ ਤੱਕ ਸੀਮਿਤ ਵੀ ਅਸੀਂ ਸਹੂਲਤਾਂ ਮੰਨਣੀ ਚਾਹੁੰਦੇ ਹਾਂ ਤਾਂ ਮੇਰੇ ਖਿਆਲ ਫਿਰ ਤੁਸੀਂ ਤੁਹਾਡੇ ਵਿੱਚ ਨੈਗੇਟਿਵਿਟੀ ਹੈ, ਤੁਸੀਂ ਸਮਾਜ ਨੂੰ ਜਾਂ ਮੂਵਮੈਂਟ ਨੂੰ ਸਮਝ ਨਹੀਂ ਰਹੇ, ਕਿਉਂਕਿ ਇਹ ਪਿਛਲੇ 5000 ਸਾਲ ਸਾਡੇ ਬਜ਼ੁਰਗਾਂ ਦਾ ਸੰਘਰਸ਼ ਹੈ। ਇਹ ਅਸੀਂ ਰਹੀਏ ਜਾਂ ਨਾ ਰਹੀਏ, ਇਹ ਮੂਵਮੈਂਟ ਚੱਲਦੀ ਰਹਿਣੀ ਚਾਹੀਦੀ ਆ ਆਉਣ ਵਾਲੀਆਂ ਪੀੜ੍ਹੀਆਂ ਲਈ, ਆਉਣ ਵਾਲੀਆਂ ਨਸਲਾਂ ਲਈ, ਅਤੇ ਉਹ ਸਾਡੇ ਭਵਿੱਖ ਹੋਊਗਾ, ਉਹ ਸਾਡੇ ਮਹਾਂਪੁਰਸ਼ਾਂ ਦੇ ਭਵਿੱਖ ਨੂੰ ਜਾਂ ਆਉਣ ਵਾਲੀਆਂ ਅਸੀਂ ਸਰਕਾਰਾਂ ਬਣਾਉਣੀਆਂ, ਅਤੇ ਇਹ ਸਾਰਾ ਕੁਛ ਆਉਣ ਵਾਲੀਆਂ ਨਸਲਾਂ ਤੈਅ ਕਰਨਗੀਆਂ। ਅਤੇ ਕਿਤੇ ਨਾ ਕਿਤੇ ਸਾਡੀ ਵੀ ਜਗਿਆਸਾ ਵੀ ਅਸੀਂ ਵੀ ਆਪਣੇ ਕੇਂਦਰ 'ਤੇ ਸਰਕਾਰ ਦੇਖੀਏ, ਆਪਣੀ ਵੀ ਰਾਜਾਂ ਵਿੱਚ ਸਰਕਾਰਾਂ ਦੇਖੀਏ, ਅਤੇ ਸਾਡੇ ਵੀ ਮੰਤਰੀ ਹੋਣ, ਸਾਡੀ ਵੀ ਸਰਕਾਰ ਹੋਵੇ। ਅਤੇ ਖਾਸ ਕਰਕੇ ਜਿਹੜੇ ਮਾਨਵਰ ਸਾਹਿਬ ਕਾਂਸ਼ੀ ਰਾਮ ਦਾ ਸੁਪਨਾ ਹੈ ਵੀ ਜੇ ਸਾਡੀ ਕੇਂਦਰ ਵਿੱਚ ਸਰਕਾਰ ਹੋਊਗੀ ਤਾਂ ਮੈਂ ਕੌਮ ਰਾਸ਼ਟਰ ਨੂੰ ਦੱਸ ਦੇਵਾਂਗਾ ਵੀ ਸਰਕਾਰ ਕਿਵੇਂ ਚਲਾਈਦੀ ਹੈ। ਅਤੇ ਮਤਲਬ ਇੱਦਾਂ ਦੇ ਜਿਹੜੇ ਉਹਨਾਂ ਦੇ ਡਾਇਲੋਗ ਆ, ਮੇਰੇ ਖਿਆਲ 'ਚ ਉਹ ਜੇ ਤੁਸੀਂ ਕਿਤਾਬ ਪੜ੍ਹੋਗੇ, ਆਉਣ ਵਾਲੀ ਜਿਹੜੀ ਮੇਰੀ ਕਿਤਾਬ ਆਊਗੀ ਮੈਂ ਕਾਂਸ਼ੀ ਰਾਮ ਬੋਲਦਾ, ਉਹਦੇ ਵਿੱਚ ਇੰਨੇ ਡਾਇਲੋਗ ਹੋਣਗੇ ਤਾਂ ਮੈਨੂੰ ਲੱਗਦਾ ਵੀ ਸਲੀਮ ਜਵੇਦ ਨੇ ਵੀ ਇੰਨੇ ਡਾਇਲੋਗ ਸ਼ੋਅ ਵਿੱਚ ਨਹੀਂ ਲਿਖੇ, ਤਾਂ ਇਹ ਮੇਰਾ ਖੁਸ਼ਕਿਸਮਤੀ ਹੈ ਵੀ ਮੈਂ ਇੰਨੇ ਡਾਇਲੋਗ ਸਾਹਿਬ ਦੇ ਕਲੈਕਟ ਕੀਤੇ ਆ ਪੂਰੇ ਭਾਰਤ ਵਿੱਚੋਂ। ਤਾਂ ਇਹ ਤਾਂ ਇੱਕ 500 ਪੇਜ ਦੀ ਕਿਤਾਬ ਆ ਰਹੀ ਹੈ, ਪਰ ਉਸ ਤੋਂ ਬਾਅਦ 500 ਪੇਜ ਦੀ ਕਿਤਾਬ ਦੇਣ ਤੋਂ ਬਾਅਦ ਅਸੀਂ ਨਵੰਬਰ ਦਸੰਬਰ ਤੋਂ ਬਾਅਦ ਉਸ ਤੋਂ ਬਾਅਦ ਵੋਲੀਅਮ 2 ਵਿੱਚ ਰੁਕ ਜਾਵਾਂਗੇ। ਅਸੀਂ 1 ਮਿੰਟ ਲਈ ਵੀ ਫਰੀ ਨਹੀਂ ਹੈ ਜੀ। ਬਹੁਤ ਬਹੁਤ ਧੰਨਵਾਦ ਪੰਮੀ ਭਾਜੀ ਦਾ, ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਔਰ ਆਪਦੇ ਬਹੁਤ ਬਿਜੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢਦੇ ਹੋਏ ਇਸ ਕਿਤਾਬ ਦੇ ਬਾਰੇ ਔਰ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਦੇ ਬਾਰੇ ਸਾਡੇ ਨਾਲ ਵਿਚਾਰ ਚਰਚਾ ਕੀਤੇ। ਔਰ ਸਾਥੀਓ, ਸਾਡਾ ਇਹ ਪਹਿਲਾ ਐਪੀਸੋਡ ਹੈ, ਖਾਸ ਮੁਲਾਕਾਤ ਖਾਸ ਸ਼ਖਸੀਅਤ ਦੇ ਨਾਲ। ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ, ਔਰ ਸਾਡਾ ਚੈਨਲ ਜਿਨ੍ਹਾਂ ਸਾਥੀਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਵੋ। ਮਿਲਦੇ ਹਾਂ ਅਗਲੀ ਕੜੀ ਦੇ ਵਿੱਚ ਅਗਲੀ ਸ਼ਖਸੀਅਤ ਦੇ ਨਾਲ। ਉਦੋਂ ਤੱਕ ਜੈ ਗੁਰੂਦੇਵ, ਜੈ ਭੀਮ, ਜੈ ਭਾਰਤ।